ਸਤਿ ਸ਼੍ਰੀ ਅਕਾਲ ਦੋਸਤੋ। ਪਹਿਲਾਂ ਤਾਂ ਮੈਂ ਮਾफ़ੀ ਚਾਹੁੰਦਾ ਕਿ ਤੁਹਾਡੇ ਨਾਲ ਕੁਝ ਸਮੇਂ ਤੋਂ ਮੈਂ ਰਾਬਤਾ ਨਹੀਂ ਬਣਾ ਸਕਿਆ, ਕਿਸੇ ਕੁਝ ਪਰਸਨਲ ਕੰਮਾਂ 'ਚ ਬਿਜ਼ੀ ਸੀਗਾ। ਅਤੇ ਨਾਲ ਹੀ ਮੈਂ ਥੈਂਕਸ ਕਰਨਾ ਚਾਹੁੰਦਾ ਕਿ ਤੁਹਾਡੇ ਸਾਰਿਆਂ ਦਾ, ਸਪੈਸ਼ਲੀ ਆਫਟਰ ਜਿਹੜੀ ਆਪਣੀ ਹੰਟਿੰਗ ਵਾਲੀ ਵੀਡੀਓ ਸੀਗੀ, ਅਤੇ ਉਸ ਤੋਂ ਬਾਅਦ ਮੇਰੇ ਸਰਕਲ 'ਚ ਕਾਫੀ ਲੋਕ ਜੁੜੇ, ਸ਼ਿਕਾਰੀ ਇੰਡੀਆ ਤੋਂ ਵੀ ਜੁੜੇ, ਓਵਰਸੀਜ਼ ਤੋਂ ਵੀ ਜੁੜੇ, ਆਸਟ੍ਰੇਲੀਆ ਤੋਂ ਵੀ ਜੁੜੇ, ਅਤੇ ਕਾਫੀ ਪੋਜ਼ੀਟਿਵ ਮੈਨੂੰ ਰਿਸਪੌਂਸ ਮਿਲਿਆ, ਸਪੈਸ਼ਲੀ ਇੰਡੀਆ ਵਾਲਿਆਂ ਤੋਂ। ਅਤੇ ਮੈਨੂੰ ਜੋ ਸੋ ਫਾਰ ਮਤਲਬ ਇੱਕ ਇਨਫੋਰਮੇਸ਼ਨ ਦੇ ਹਿਸਾਬ ਨਾਲ ਥਿੰਗਸ ਆਰ ਲੁਕਿੰਗ ਪੋਜ਼ਿਟਿਵ, ਠੀਕ ਹੈ, ਪਰ ਉਨੇ ਉਸ ਲੈਵਲ 'ਤੇ ਨਹੀਂ ਜਿੰਨੀ ਆਪਾਂ ਐਕਸਪੈਕਟ ਕਰਦਾ ਸੀ ਮੈਂ, ਪਰ ਫਿਰ ਵੀ ਥਿੰਗਸ ਆਰ ਲੁਕਿੰਗ ਵੈਰੀ ਵੈਰੀ ਪੋਜ਼ਿਟਿਵ। ਅਤੇ ਡਾਊਨ ਦਾ ਰੋਡ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਰਹੂੰਗਾ। ਕਾਫੀ ਮੇਰੇ ਚੰਗੇ ਮਿੱਤਰ ਬਣੇ ਜਿਹੜੇ ਇਸ ਚੀਜ਼ ਦੇ ਨਾਲ ਸੇਮ ਦਰਦ ਰੱਖਦੇ ਆ ਜੋ ਮੈਂ ਰੱਖਦਾ, ਅਤੇ ਇਸ ਚੀਜ਼ ਨੂੰ ਅੱਗੇ ਲੈ ਕੇ ਕੁਛ ਨਾ ਕੁਛ ਕਰਨਾ ਚਾਹੁੰਦੇ ਆਪਾਂ ਸਾਰੇ ਇੰਡੀਆ ਦੇ ਵਿੱਚ ਸਪੈਸ਼ਲੀ। ਅਤੇ ਹੋਪਫੁਲੀ ਅਸੀਂ ਕੁਛ ਨਾ ਕੁਛ ਪੋਜ਼ੀਟਿਵ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਛੇਤੀ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗਾ। ਨਾਲ ਹੀ ਅੱਜ ਦਾ ਜਿਹੜਾ ਟੌਪਿਕ ਆ ਉਹ ਹੈ, ਮੈਨੂੰ ਕਈ ਸਵਾਲ ਆਉਂਦੇ ਆ ਬੁਲਟਸ ਬਾਰੇ, ਹੰਟਿੰਗ ਬੁਲਟਸ ਬਾਰੇ, ਕਿ ਹੰਟਿੰਗ ਕੈਲੀਬਰ ਕਿਹੜਾ ਸਹੀ ਰਹੂਗਾ ਜਾਂ ਕਿੱਦਾਂ ਠੀਕ ਰਹੂਗਾ, ਸਪੈਸ਼ਲੀ ਬਿਗ ਗੇਮ ਵਾਸਤੇ। ਅਤੇ ਫਿਰ ਮੈਨੂੰ ਕੁਐਸਚਨ ਆਉਂਦੇ ਕਈ ਕਿ ਵੀ ਮੇਰੇ ਕੋਲ ਆਹ ਕੈਲੀਬਰ ਹੈ, ਕਿੰਨੇ ਗ੍ਰੇਨ ਦੀ ਬੁਲਟ ਮੈਨੂੰ ਯੂਜ਼ ਕਰਨੀ ਚਾਹੀਦੀ ਹੈ, ਕਿੱਦਾਂ। ਸੋ ਮੈਂ ਸੋਚਿਆ ਕਿ ਕਾਫੀ ਵਾਸਟ ਮਤਲਬ ਟੌਪਿਕ ਆ, ਤੈਨੂੰ ਮੈਂ ਥੋੜ੍ਹਾ ਡਿਟੇਲ 'ਚ ਬ੍ਰੇਕ ਡਾਊਨ ਕਰਕੇ ਸਮਝਾਉਣ ਦੀ ਕੋਸ਼ਿਸ਼ ਕਰਾਂ ਕਿ ਵੀ ਬੁਲਟ ਡੈਮੇਜ ਕਿਵੇਂ ਕਰਦੀ ਆ ਅਤੇ ਕਿਵੇਂ ਕੰਮ ਕਰਦੀ ਆ, ਅਤੇ ਕਿਹੜੀ ਕਿਹੜੀ ਚੀਜ਼ਾਂ ਨਾਲ ਕੰਸੀਡਰ ਕਰਨੀਆਂ ਪੈਂਦੀਆਂ ਤੁਹਾਨੂੰ ਕਰਨੀਆਂ ਚਾਹੀਦੀਆਂ ਕਿ ਬਈ ਜੇ ਮੈਂ ਬੁਲਟ ਲੈਣੀ ਆ, ਸੌਰੀ ਕੈਲੀਬਰ ਦੇ ਹਿਸਾਬ ਨਾਲ ਬੁਲਟ ਦਾ ਗ੍ਰੇਨ ਸਿਲੈਕਟ ਕਰਨਾ। ਹੁਣ ਜਿਹਨੂੰ ਲੈ ਕੇ ਚੱਲੀਏ, 3 ਟਰਮਸ ਜਿਹੜੀਆਂ ਨੇ ਕਾਫੀ ਮਸ਼ਹੂਰ ਨੇ ਜਾਂ ਕਾਫੀ ਕਾਮਨਲੀ ਯੂਜ਼ ਕੀਤੀਆਂ ਜਾਂਦੀਆਂ ਨੇ। ਉਹਦੇ ਵਿੱਚ ਐਨਰਜੀ ਕਿੰਨੀ ਸੀ, ਜਿਹਨੂੰ ਕਿ ਆਪਾਂ ਫੁੱਟ ਪਾਊਂਡਸ ਆਫ ਐਨਰਜੀ ਕਹਿੰਦੇ ਹਾਂ, ਕਿ ਉਹ ਕੈਲੀਬਰ ਦੇ ਵਿੱਚ, ਬੁਲਟ ਦੇ ਵਿੱਚ ਕਿੰਨੀ ਐਨਰਜੀ ਹੈ। ਨਾਲ ਹੀ ਆਪਾਂ ਉਹਨੂੰ ਦੇਖਦੇ ਹਾਂ ਕਿ ਬੁਲਟ ਦੀ BC ਕਿੰਨੀ ਹੈ। BC ਮੀਨਸ ਬਲਿਸਟਿਕ ਕੋਐਫੀਸ਼ੀਐਂਟ, ਜਿਹਨੂੰ ਕਿ ਮੈਂ ਹੁਣ ਜੇ ਆਪਾਂ ਕਾਮਨ ਮੈਨ ਦੀ ਵੇ ਆਫ ਵਿਊ ਪੁਆਇੰਟ ਨਾਲ ਦੱਸਣਾ ਚਾਹਾਂ ਕਿ BC ਮੀਨਸ ਬੁਲਟ ਦੀ ਕੇਪੇਬਿਲਿਟੀ ਹਵਾ ਦੇ ਵਿੱਚੋਂ ਕਿੰਨੀ ਸਮੂਥਲੀ, ਕਿੰਨੀ ਸਲੀਕਲੀ ਟਰੈਵਲ ਕਰਦੀ ਹੈ। ਜਿੰਨਾ BC ਨੰਬਰ ਹਾਈ ਹੋਏਗਾ, ਬੁਲਟ ਓਨਾ ਸਮੂਥਲੀ ਹਵਾ ਦੇ ਵਿੱਚੋਂ ਟਰੈਵਲ ਕਰੂਗੀ। ਜਿੰਨਾ ਸਮੂਥਲੀ ਟਰੈਵਲ ਕਰੂਗੀ, ਉਹ ਡਾਊਨ ਰੇਂਜ ਆਪਣੀ ਸਪੀਡ ਨੂੰ ਓਨਾ ਹੀ ਜ਼ਿਆਦਾ ਮੇਨਟੇਨ ਕਰਕੇ ਰੱਖੂਗੀ। ਹੁਣ ਇਹ ਮੇਰੇ ਕੋਲ ਅੱਗੇ 2 ਬੁਲਟਸ ਹੈਗੀਆਂ ਨੇ ਸਿਮਿਲਰ BC ਗ੍ਰੇਨ ਦੀਆਂ, ਪਰ ਜਿਨ੍ਹਾਂ ਦੇ BC ਅਲੱਗ-ਅਲੱਗ ਨੇ, ਅਤੇ ਉਹ ਵੀ ਮੈਂ ਤੁਹਾਨੂੰ ਹੁਣ ਸਮਝਾਊਂਗਾ। ਤੀਜੀ ਚੀਜ਼ ਜਿਹੜੀ ਤੁਸੀਂ ਧਿਆਨ ਰੱਖਣੀ ਹੁੰਦੀ ਆ ਕੈਲੀਬਰ ਦੇ ਹਿਸਾਬ ਨਾਲ ਸਿਲੈਕਟ ਕਰਨੀ, ਕਿ ਬੁਲਟ ਦੀ ਸੈਕਸ਼ਨਲ ਡੈਂਸਿਟੀ ਕੀ ਹੈ। ਸੈਕਸ਼ਨਲ ਡੈਂਸਿਟੀ ਤਾਂ ਬਹੁਤ ਇੰਪੋਰਟੈਂਟ ਹੈ ਕਿ ਇੱਕ ਜਿਹੜਾ ਮਿਥ ਹੈ ਨਾ ਕਿ ਵੀ ਇੰਨੇ ਫੁੱਟਪਾਊਂਡ ਐਨਰਜੀ ਹੈਗੀ ਮੇਰੀ ਬੁਲਟ ਦੇ ਵਿੱਚ, ਅਤੇ ਉਹ ਇੰਨੀ ਕੇਪੇਬਲ ਹੈ ਵੱਡੇ ਐਲੀਮੈਂਟ ਨੂੰ ਸਿੱਟਣ ਵਾਸਤੇ, ਜਦ ਕਿ ਇਹ ਗਲਤ ਹੈ, ਇਹ ਟਰੂ ਨਹੀਂ ਹੈ। ਗੇਮ ਇਜ਼ ਨਾਟ ਕਿਲਡ ਬਾਏ ਫੁੱਟਪਾਊਂਡ ਐਨਰਜੀ ਓਨਲੀ, ਗੇਮ ਇਜ਼ ਕਿਲਡ ਬਾਏ ਟਿਸ਼ੂ ਡਿਸਟਰਕਸ਼ਨ, ਕਿ ਉਹ ਬੁਲਟ ਕਿੱਦਾਂ ਆਪਣੇ ਆਪ ਨੂੰ ਕੈਰੀ ਕਰਦੀ ਹੈ ਅਤੇ ਕਿੰਨਾ ਡੈਮੇਜ ਕਰਦੀ ਜਾਂਦੀ ਹੈ ਬੋਡੀ ਦੇ ਵਿੱਚ, ਇਹ ਬਹੁਤ ਮੈਟਰ ਕਰਦਾ। ਤੀਜੀ ਚੀਜ਼ ਜਿਹੜੀ ਇੱਕ ਹੋਰ ਬਹੁਤ ਇੰਪੋਰਟੈਂਟ ਹੈ ਕਿ ਬੁਲਟ ਕਿੱਥੇ ਮਾਰੀ ਹੈ, ਕਿ ਵਾਈਟਲਸ ਨੂੰ ਕਿਵੇਂ ਡੈਮੇਜ ਕੀਤਾ ਉਹਨੇ, ਜਿਹੜੇ ਵਾਈਟਲ ਆਰਗਨਸ ਨੇ ਉਹਨੂੰ ਕਿਵੇਂ ਡੈਮੇਜ ਕੀਤਾ। ਗਲਤ ਥਾਂ 'ਤੇ ਬੁਲਟ ਲੱਗ ਜੂਗੀ, ਤੁਹਾਡਾ ਐਨੀਮਲ ਮਰੂਗਾ, ਪਰ ਬਹੁਤ ਤੜਫ ਕੇ ਮਰੂਗਾ, ਮੇ ਬੀ 2 ਦਿਨ, ਹਫਤਾ, 3 ਦਿਨ, ਹਫਤਾ, 10 ਦਿਨ, ਕਿੰਨੇ ਮਤਲਬ ਬਹੁਤ ਤੜਫ ਕੇ ਮਰਦੇ ਆ ਕਈ ਵਾਰ ਜੇ ਗਲਤ ਥਾਂ 'ਤੇ ਬੁਲਟ, ਕਈ ਵਾਰ ਤਾਂ ਬਚ ਵੀ ਜਾਂਦੇ ਆ। ਅਗੇਨ ਆਲ ਡਿਪੈਂਡਸ। ਇਸੇ ਕਰਕੇ ਜਿਹੜੀਆਂ ਫੁੱਲ ਮੈਟਲ ਜੈਕਟ ਬੁਲਟਸ ਨੇ ਉਹ ਹੰਟਿੰਗ ਵਾਸਤੇ ਇਲੀਗਲ ਨੇ, ਕਿਉਂਕਿ ਸਿੱਧੀਆਂ ਪਾਸ ਥਰੂ ਹੋ ਜਾਂਦੀਆਂ, ਉਹ ਐਕਸਪੈਂਡ ਨਹੀਂ ਕਰਦੀਆਂ। ਉਹਦੇ ਬਾਰੇ ਵੀ ਮੈਂ ਚਲੋ ਦੱਸੂਗਾ, ਮਾੜਾ ਵਿੱਚ ਛੇੜੂੰਗਾ ਮੈਂ। ਅਤੇ ਆਹ 3 ਚੀਜ਼ਾਂ ਦਾ ਕੋਂਬੀਨੇਸ਼ਨ ਤੁਸੀਂ ਤੁਹਾਨੂੰ ਕੰਸੀਡਰ ਕਰਨਾ ਚਾਹੀਦਾ ਜਦੋਂ ਤੁਸੀਂ ਹੰਟਿੰਗ ਵਾਸਤੇ ਬੁਲਟ ਸਿਲੈਕਟ ਕਰਦੇ ਹੋ, ਜਾਂ ਕਾਰਟ੍ਰਿਜ ਸਿਲੈਕਟ ਕਰਦੇ ਹੋ, ਜਾਂ ਕੋਈ ਵੀ ਕੈਲੀਬਰ ਸਿਲੈਕਟ ਕਰਦੇ ਹੋ। ਮੈਂ ਆਪਣੇ ਮੂਹਰੇ ਹੁਣ 2 ਸ਼ੈੱਲ ਰੱਖੇ ਹੋਏ ਆ, ਪਰ ਆਹ ਸੇਮ ਜਿਹੜਾ ਕਹਿ ਲਈਏ ਕਿ ਸਿਨਾਰੀਓ ਹੈ, ਚਾਹੇ ਤੁਸੀਂ ਜਿਹੜਾ ਮਰਜ਼ੀ ਕੈਲੀਬਰ ਰੇਂਜ ਦੇਖ ਲਓ। ਮੈਂ 2 7 ਮਿਲੀਮੀਟਰ ਦੇ ਰੱਖੇ ਆ, ਆਹ ਹੈ 7 ਮਿਲੀਮੀਟਰ O8 ਅਤੇ ਆਹ 7 ਮਿਲੀਮੀਟਰ ਰਿਮਿੰਗਟਨ ਮੈਗਨਮ। ਤੁਸੀਂ 30 ਕੈਲੀਬਰ 'ਚ ਦੇਖੋ ਤਾਂ 308 ਕਾਫੀ ਕਾਮਨ ਹੈ, 3006 ਕਾਫੀ ਕਾਮਨ ਹੈ, 300 ਵਿਨ ਮੈਗ ਵੀ ਕਾਮਨ ਹੈ। ਸੋ ਤਿੰਨਾਂ ਦੇ ਵਿੱਚ ਵੀ ਜੇ ਤੁਸੀਂ ਜਿਹੜੀ ਮੈਂ ਤਰੀਕੇ ਨਾਲ ਤੁਹਾਨੂੰ ਮੈਂ ਅੱਜ ਪਿਕਚਰ ਕਲੀਅਰ ਕਰਨਾ ਚਾਹੁੰਦਾ, ਉਹ ਜਿਹੜਾ ਮਰਜ਼ੀ ਕੈਲੀਬਰ ਲੈ ਲਓ ਤੁਸੀਂ, ਚਾਹੇ 270 ਲੈ ਲਓ, 7 ਮਿਲੀਮੀਟਰ ਲੈ ਲਓ, 30 ਕੈਲੀਬਰ ਲੈ ਲਓ,
ਸਾਰਿਆਂ ਦੇ ਵਿੱਚ ਹੀ ਕਾਈਂਡ ਆਫ ਬਿਗ ਗੇਮ ਕੈਲੀਬਰਸ ਜਿਹੜੇ ਨੇ ਕਾਫੀ ਜਿਹੜੇ ਚੱਲਦੇ ਨੇ, ਉਹ 'ਚ ਸੇਮ ਤਰੀਕੇ ਨਾਲ ਹੀ ਸਿਨਾਰੀਓ ਘੁੰਮਦਾ ਸਾਰਿਆਂ ਵਿੱਚ ਕਿ ਬੁਲਟ ਕਿਵੇਂ ਕੰਮ ਕਰਦੀ ਹੈ ਬੋਡੀ ਦੇ ਵਿੱਚ, ਐਨੀਮਲ ਦੀ ਬੋਡੀ ਦੇ ਵਿੱਚ। ਹੁਣ ਸ਼ੁਰੂ ਕਰਦੇ ਹਾਂ ਆਪਾਂ ਨੂੰ 3 ਪਾਰਟਸ, ਜਿਵੇਂ ਮੈਂ ਕਿਹਾ ਸੀਗਾ ਕਿ 3 ਟਰਮਸ ਜਿਹੜੀਆਂ ਚੱਲਦੀਆਂ ਨੇ ਆਪਣੇ ਫੁੱਟ ਪਾਊਂਡਸ ਆਫ ਐਨਰਜੀ। ਉਹ ਕਿਵੇਂ ਕੈਲਕੂਲੇਟ ਕੀਤੀ ਜਾਂਦੀ ਹੈ ਕਿ ਬੁਲਟ ਦੀ ਕਿੰਨੀ ਸਪੀਡ ਹੈ ਅਤੇ ਬੁਲਟ ਦਾ ਵੇਟ ਕਿੰਨਾ। ਇਹ ਦੋਨਾਂ ਦਾ ਕੰਬੀਨੇਸ਼ਨ ਉਹਦਾ ਨੰਬਰ ਤੈਅ ਕਰਦਾ ਕਿ ਮੇਰੀ ਇੰਨੀ ਗ੍ਰੇਨ ਦੀ ਬੁਲਟ ਹੈ ਅਤੇ ਇੰਨੀ ਸਪੀਡ 'ਤੇ ਜਾ ਰਹੀ ਹੈ, ਉਹਦੀ ਇੰਨੀ ਐਨਰਜੀ ਹੈ। ਅੱਗੋਂ ਫਿਰ ਆ ਜਾਂਦਾ ਜਿਹੜਾ ਸੈਕਿੰਡ ਐਸਪੈਕਟ, ਜਿਹੜਾ ਬੁਲਟ ਦੇਖਣਾ ਤੁਸੀਂ ਕਿ BC ਕਿੰਨਾ ਉਹਦਾ। BC ਜਿਵੇਂ ਮੈਂ ਦੱਸ ਕੇ ਆਇਆ ਕਿ ਉਹਦੀ ਕੈਪੇਬਿਲਿਟੀ ਹਵਾ ਦੇ ਵਿੱਚੋਂ ਫਲਾਈਟ ਨੂੰ ਕਿੰਨਾ ਸਮੂਥਲੀ ਨਿਕਲਦੀ ਹੈ ਉਹਦੀ। BC ਦੇ ਕਰਕੇ ਹੀ ਮੈਂ ਸਾਹਮਣੇ ਜਿਹੜੀਆਂ ਇੱਕ ਮੈਂ ਨਾਲ 22 ਕੈਲੀਬਰ ਦੀ ਵੀ 223 ਦੀ ਮੈਂ ਬੁਲਟ ਰੱਖੀ ਹੈ ਡਾਇਆ, ਜਿਹਦਾ ਹੈਗਾ 224 ਕੈਲੀਬਰ ਦਾ। ਉਹ ਮੈਂ ਤਾਂ ਰੱਖਿਆ ਕਿ ਹਾਲਾਂਕਿ ਇਹ 75 ਗ੍ਰੇਨ ਦੀ ਹਲਕੀ ਜਿਹੀ ਬੁਲਟ ਹੈ 556 ਦੀ, ਠੀਕ ਹੈ ਜੀ। ਬਾਕੀ ਸਾਰੀਆਂ ਹੈਵੀ ਬੁਲਟਸ ਨੇ 7 ਮਿਲੀਮੀਟਰ ਦੇ ਵਿੱਚ। ਆਹ ਹੈਗੀ 75 ਗ੍ਰੇਨ 223 ਦੀ, 139 ਗ੍ਰੇਨ 7 ਮਿਲੀਮੀਟਰ, 162 ਗ੍ਰੇਨ, 168 ਗ੍ਰੇਨ, 175 ਐਂਡ ਅਗੇਨ 175 ਗ੍ਰੇਨ ਦੀ। ਹੁਣ BC ਦਾ ਮੈਂ ਤਾਂ ਸਮਝਾਉਣਾ ਰੱਖਿਆ ਕਿ ਬਈ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਜਿਵੇਂ ਗ੍ਰੇਨ ਉੱਪਰ ਜਾ ਰਿਹਾ 139, 162, 168, 175, ਤੁਸੀਂ ਬੁਲਟ ਦੀ ਜਿਹੜੀ ਲੈਂਥ ਦੇਖੋਗੇ ਨਾ ਉਸ 'ਤੇ ਲੰਬੀ ਹੋ ਰਹੀ ਹੈ ਅਤੇ ਸਲੀਕ ਹੋ ਰਹੀ ਹੈ। ਜਿਵੇਂ 175 ਦੇ ਨਾਲ ਤੁਸੀਂ ਜੇ ਵੱਡਾ ਕੰਪੈਰੀਜ਼ਨ ਕਰਨਾ ਅਤੇ 139 ਦਾ ਤੁਸੀਂ ਦੇਖਦੇ ਹੋ ਕਿ ਹਾਲਾਂਕਿ ਇਹ ਵੀ ਸਲੀਕ ਹੈ, ਪਰ ਇਹਦੇ ਕੰਪੈਰੇਟਿਵਲੀ ਇਹਦੀ ਜਿਹੜੀ ਸ਼ੇਪ ਹੈ 175 ਦੀ ਕਿਤੇ ਵੱਧ ਸਲੀਕ ਹੈ। ਉਹਦੇ ਨਾਲ ਇਹਦਾ BC ਨੰਬਰ ਹਾਈ ਹੈ ਕੰਪੇਅਰ ਟੂ ਇਹਦੇ ਨਾਲੋਂ। ਪਰ ਨਾਲ ਹੀ ਇਹਦੇ ਫਿਰ ਇੱਕ ਅਗੇਨ ਬੁਲਟ ਪਈ ਹੈ 175 ਗ੍ਰੇਨ ਦੀ, ਇੱਕ ਹੋਰ ਪਈ ਹੈ ਜਿਵੇਂ ਆ ਪਈ ਹੈ ਥੱਲੇ ਸੌਫਟ ਪੁਆਇੰਟ, ਆ ਵੀ 175 ਹੈ ਅਤੇ ਆ ਵੀ 175 ਹੈ। ਇਹਦਾ BC ਜੇ ਨੰਬਰ ਦੀ ਆਪਾਂ ਗੱਲ ਕਰ ਰਹੇ ਹਾਂ, ਇਹਦਾ ਨੰਬਰ ਹੈਗਾ 0.689, ਦੈਟ ਇਜ਼ ਰੀਅਲੀ ਹਾਈ। ਅਤੇ ਨਾਲ ਹੀ ਜੇ ਇਹਦਾ BC ਆਪਾਂ ਗੱਲ ਕਰੀਏ ਤਾਂ ਮੈਂ ਬੁੱਕ ਦੇ ਵਿੱਚ ਹੁਣੇ ਚੈੱਕ ਕਰਕੇ ਤੁਹਾਨੂੰ ਦੱਸ ਸਕਦਾ, ਹਾਂਜੀ ਇਹਦਾ ਨੰਬਰ ਹੈਗਾ 0.462। ਦੋਨੇ 175 ਗ੍ਰੇਨ ਦੀ ਬੁਲਟਸ ਨੇ 7 ਮਿਲੀਮੀਟਰ ਦੇ ਵਿੱਚ। ਹੁਣ ਇਹਦੀ ਸ਼ੇਪ ਦੇਖ ਲਓ, ਬਿਲਕੁਲ ਐਰੋਡਾਇਨਮਿਕਲੀ ਸਲੀਕ ਆ। ਓਜਾਈਵ ਜਿਹੜੀਆਂ ਇਹਦੇ ਕਹਿੰਦੀਆਂ ਬਿਲਕੁਲ ਸੀਕੈਂਡ ਓਜਾਈਵਸ ਨੇ ਅਤੇ ਬੋਟੇਲ ਆ, ਜਿਹਦੇ ਕਰਕੇ ਇਹਦਾ BC ਹਾਈ ਹੈ। ਇਹ 175 ਗ੍ਰੇਨ ਦੀ ਹੈ, ਸੌਫਟ ਪੁਆਇੰਟ ਹੈ, ਥੱਲੋਂ ਫਲੈਟ ਬੇਸ ਆ, ਜਿਹਦੇ ਕਰਕੇ ਇਹਦਾ BC ਓਨਾ ਨਹੀਂ ਹੈਗਾ 0.462 ਅਤੇ ਕਿਤੇ 0.689। ਜੇ ਮੈਂ ਕਹਾਂ ਕਿ ਦੋਨੇ ਬੁਲਟਸ ਜੇ 7 ਮਿਲੀਮੀਟਰ ਰਿਮਿੰਗਟਨ ਮੈਗਨਮ ਦੇ ਵਿੱਚ ਆਪਾਂ ਗੱਲ ਕਰੀਏ, ਉਹ 2950 2980 ਫੀਟ ਪਰ ਸੈਕਿੰਡ, ਨੀਅਰ ਅਬਾਊਟ 3000 ਫੀਟ ਪਰ ਸੈਕਿੰਡ ਦੇ ਹਿਸਾਬ ਨਾਲ ਨਿਕਲਦੀਆਂ ਨੇ, ਠੀਕ ਹੈ ਜੀ। ਹੁਣ ਇਹ 689 ਜਿਹੜੀ ਆ, ਇਹ ਆਪਣੀ ਇੰਨੀ ਜਿਹੜੀ 689 BC ਵਾਲੀ ਬੁਲਟ ਵੇ ਡਾਊਨ ਦਾ ਰੇਂਜ 500 ਯਾਰਡ ਤੋਂ ਬਾਅਦ ਆਪਣੀ ਸਪੀਡ ਨੂੰ ਕਾਫੀ ਵਧੀਆ ਤਰੀਕੇ ਨਾਲ ਮਤਲਬ ਮੇਨਟੇਨ ਕਰੂਗੀ। ਜਿੰਨੀ ਡਾਊਨ ਦਾ ਰੇਂਜ ਜਾਈ ਜਾਊਗੀ, ਕਿਉਂਕਿ ਇਹਦਾ BC ਸਲੋ ਹੈ, ਨੰਬਰ ਘੱਟ ਆ, ਇਹ ਜਲਦੀ ਸਲੋ ਹੋਊਗੀ। ਅਗੇਨ ਜੇ ਆਪਾਂ ਹੁਣ ਨਾਲ ਹੀ ਇੱਥੇ ਜੰਪ ਕਰ ਲਈਏ 139 ਗ੍ਰੇਨ ਦੀ ਬੁਲਟ 'ਤੇ, ਇਹਦਾ BC ਹੈਗਾ 0.485, ਜਦ ਕਿ 175 ਦੀ ਬੁਲਟ ਹੈਵੀ ਹੈ, ਪਰ ਇਹਦਾ BC ਕਿਉਂਕਿ 485 ਹੈ, ਉਹ ਅਗੇਨ ਕੁਛ ਇੱਕ ਲਿਮਿਟ ਤੋਂ ਬਾਅਦ ਆ ਜਾਊਗਾ, ਟਾਈਮ ਆ ਜਾਊਗਾ ਕਿ ਵੀ ਫੋਰ ਐਗਜ਼ਾਮਪਲ 500 ਯਾਰਡ। ਉਹ ਕੈਲਕੂਲੇਸ਼ਨ ਮੈਂ ਹੁਣ ਐਗਜ਼ੈਕਟਲੀ ਨਹੀਂ ਦੱਸ ਸਕਦਾ ਕਿ ਕਿੰਨੇ, ਕਿਉਂਕਿ ਦੋਨਾਂ ਦੀ ਵੈਲੋਸਿਟੀ ਨੂੰ ਵੀ ਕੈਲਕੂਲੇਟ ਕਰਨਾ ਪਏਗਾ। ਫਿਰ ਡਾਊਨ ਦਾ ਰੋਡ ਜਾ ਕੇ ਇਹ ਕਿੰਨੀ ਸਲੋ ਹੋ ਰਹੀ ਹੈ, ਉਹ ਕਿੰਨੀ ਤੇਜ਼ ਆ ਰਹੀ ਸੀ, ਦੋਨਾਂ ਦੀ ਕੈਲਕੂਲੇਸ਼ਨ ਦੇਖ ਕੇ। ਅਗੇਨ ਮੇਰਾ ਕਹਿਣ ਦਾ ਮਕਸਦ ਇਹ ਸੀਗਾ ਕਿ ਜਿੰਨਾ BC ਹਾਈ ਹੈ, ਉਹ ਤੁਹਾਡੀ ਬੁਲਟ ਉਨੀ ਦੂਰ ਤੱਕ ਆਪਣੀ ਸਪੀਡ ਨੂੰ ਜ਼ਿਆਦਾ ਵਧੀਆ ਤਰੀਕੇ ਨਾਲ ਮੇਨਟੇਨ ਕਰੂਗੀ। ਤਾਂ ਹੀ ਮੈਂ ਸਾਹਮਣੇ ਸਾਰੇ ਅੱਡ ਟਾਈਪ ਦੇ ਰੈਫਰੈਂਸ ਰੱਖੇ। BC ਦਾ ਇੱਕ ਹੋਰ ਬੈਨੀਫਿਟ ਇਹ ਮਿਲਦਾ ਕਿ ਚਲੋ ਆਪਣੀ ਸਪੀਡ ਨੂੰ ਜਿਹੜੀ ਮੇਨਟੇਨ ਰੱਖਦੀ ਹੈ, ਅਤੇ ਜਿਹੜੇ ਵਿੰਡ ਡਰਿਫਟ ਹੈ ਨਾ, ਜਦੋਂ ਬੁਲਟ ਹਵਾ 'ਚ ਟਰੈਵਲ ਕਰ ਰਹੀ ਹੈ, ਅਤੇ ਓਬਵੀਅਸਲੀ ਜਿਵੇਂ ਆ 175 ਗ੍ਰੇਨ ਦੀ ਇੰਨੀ ਐਰੋਡਾਇਨਮਿਕ ਨਹੀਂ ਹੈਗੀ, ਉਹਨੂੰ ਵਿੰਡ ਨੇ ਜਦੋਂ ਬੁਲਟ ਨੂੰ ਹਵਾ ਦੇ ਵਿੱਚ ਜਾ ਰਹੀ ਹੈ ਤਾਂ ਇਹਨੂੰ ਪੁਸ਼ ਕਰਨਾ। BC ਦੀ ਜਿਹੜੀ ਹਾਈ BC ਬੁਲਟ ਹੈ, ਉਹ ਉਨੀ ਡੀਵੀਏਟ ਨਹੀਂ ਹੋਊਗੀ ਜਿੰਨੀ ਕਿ ਲੋ BC ਬੁਲਟ ਡੀਵੀਏਟ ਹੋ ਜਾਊਗੀ। ਇਹਦਾ ਵੀ ਬਹੁਤ ਬੈਨੀਫਿਟ ਆਪਾਂ ਨੂੰ ਮਿਲਦਾ, ਦੇਖਣਾ ਪੈਂਦਾ ਕਿ ਤੁਸੀਂ ਕਿੰਨੇ BC ਦੀ ਬੁਲਟ ਤੁਸੀਂ ਯੂਜ਼ ਕਰਨੀ ਹੈ। ਪਰ ਹੁਣ ਜਿਵੇਂ ਕਿ 7 ਮਿਲੀਮੀਟਰ ਹੀ ਦੋਨੇ ਕੈਲੀਬਰ ਨੇ,
ਫੋਰ ਐਗਜ਼ਾਮਪਲ ਸੇਮ ਆਪਾਂ ਸਿਨਾਰੀਓ ਲੈ ਲਏ 308 ਦੇ ਵਿੱਚ ਆਪਾਂ ਸਿਨਾਰੀਓ ਲੈ ਲਈਏ ਤੇ ਆ ਵੀ 308 ਦਾ ਕੇਸ ਆ, ਨੈਕ ਡਾਊਨ ਕੀਤਾ 7 ਮਿਲੀਮੀਟਰ ਦੇ ਵਿੱਚ, 7 ਮਿਲੀਮੀਟਰ 08 ਤਾਂ ਹੀ ਇਹਨੂੰ ਕਿਹਾ ਜਾਂਦਾ। ਇਹ ਚਲੋ ਨਵਾਂ ਬਿਲਕੁਲ ਹੀ ਬ੍ਰੈਂਡ ਨਿਊ ਕੇਸ ਬਣਿਆ ਸੀ, ਇਹ ਨੈਕ ਡਾਊਨ ਕਰਕੇ ਬਣਿਆ ਸੀ, ਠੀਕ ਹੈ ਜੀ। ਸਿਮਿਲਰ ਸਿਨਾਰੀਓ 30/6 ਦੇ ਵਿੱਚ ਤੇ 308 ਦੇ ਵਿੱਚ ਆਪਾਂ ਲੈ ਕੇ ਚੱਲਦੇ ਹਾਂ। ਵੁਡਨਟ ਸੇ 30/6 300 ਵਿਨ ਮੈਗ ਤੇ 308 ਦੇ ਵਿੱਚ ਲੈ ਕੇ ਚੱਲਦੇ ਹਾਂ। ਹੁਣ ਜੇ ਮੈਂ ਕਹਾਂ ਕਿ 7 ਮਿਲੀਮੀਟਰ ਦੇ ਮੇਰਾ ਕੈਲੀਬਰ ਹੈ ਤੇ ਮੈਂ ਇਹਦੇ ਵਿੱਚ ਬੁਲਟ ਯੂਜ਼ ਕਰਨੀ ਚਾਹੁੰਦਾ 175 ਗ੍ਰੇਨ, ਉਹ ਵਾਇਬਲ ਨਹੀਂ ਹੈਗੀ। ਰੀਜ਼ਨ ਬੀਇੰਗ ਕਿ ਹਰੇਕ ਕੈਲੀਬਰ ਦੇ ਵਿੱਚ ਜਿਹੜਾ ਪਾਊਡਰ ਚਾਰਜ ਆ ਉਹ ਬੁਲਟ ਦਾ ਗ੍ਰੇਨ ਦਾ ਵੀ ਸਵੀਟ ਸਪੌਟ ਤੈਅ ਕਰਦਾ। ਹੁਣ ਇਹਦੇ ਵਿੱਚ ਜਿਹੜਾ 7 ਮਿਲੀਮੀਟਰ 08 'ਚ 45-ish ਗ੍ਰੇਨ ਜਿਹੜਾ ਹੈ ਨਾ, ਔਨ ਐਵਰੇਜ 45-46 ਗ੍ਰੇਨ ਦੇ ਲਾਗੇ ਤਾਗੇ ਪਾਊਡਰ ਚਾਰਜ ਯੂਜ਼ ਕੀਤਾ ਜਾਂਦਾ। 7 ਮਿਲੀਮੀਟਰ ਦੇ ਵਿੱਚ 68, 72, 75-ish ਡਿਪੈਂਡਿੰਗ ਕਿਹੜਾ ਪਾਊਡਰ ਯੂਜ਼ ਕਰਦੇ ਹਾਂ। ਸੋ ਪਾਊਡਰ ਗ੍ਰੇਨ ਦਾ ਚਾਰਜ ਦੇਖ ਸਕਦੇ ਹੋ ਕਿੰਨਾ ਫਰਕ ਹੈ। ਸੋ ਉਸ ਕਰਕੇ ਅਗੇਨ ਇਹਦੇ 'ਚ ਪਾਊਡਰ ਜ਼ਿਆਦਾ ਹੋਣ ਕਰਕੇ ਇਹਦੇ 'ਚ ਜਿਹੜੀ ਰਿਕਮੈਂਡਡ ਜਾਂ ਜਿਹੜਾ ਸਵੀਟ ਸਪੌਟ ਆ ਬੁਲਟ ਦਾ ਗ੍ਰੇਨ ਦਾ, ਉਹ ਹੈ 162 ਤੋਂ ਲੈ ਕੇ 175 180 ਗ੍ਰੇਨ। ਅਗੇਨ ਜੇ ਮੈਂ 7 ਮਿਲ 08 ਦੀ ਗੱਲ ਕਰਾਂ, ਹਾਲਾਂਕਿ ਡਾਇਆ ਬੁਲਟ ਤਾਂ ਸਾਰਿਆਂ ਦਾ ਸੇਮ ਹੈ। 7 ਮਿਲੀਮੀਟਰ 08 ਦੇ ਵਿੱਚ ਜਿਹੜਾ ਸਵੀਟ ਸਪੌਟ ਮੰਨਿਆ ਜਾਂਦਾ 139 140 ਗ੍ਰੇਨ ਤੋਂ ਲੈ ਕੇ 150 ਗ੍ਰੇਨ। ਲੋਕ 160 ਗ੍ਰੇਨ ਵੀ ਟਰਾਈ ਕਰਦੇ ਆ, ਪਰ ਉਹਦੇ ਨਾਲ ਇਹ ਆ ਕਿ ਤੁਹਾਨੂੰ ਜਿਹੜੀ, ਕਿਉਂਕਿ ਪਾਊਡਰ ਚਾਰਜ ਪਿੱਛੇ ਇੰਨਾ ਨਹੀਂ ਹੈਗਾ ਤੇ ਵੈਲੋਸਿਟੀ ਉਨੀ ਨਹੀਂ ਮਿਲਦੀ, ਫਿਰ ਜਿਹੜਾ ਉਹਦਾ ਪਰਪਸ ਹੈ ਥੋੜ੍ਹਾ ਫਲੈਟ ਸ਼ੂਟ ਕਰਨ ਦਾ, ਉਹ ਡਿਫੀਟ ਹੋ ਜਾਂਦਾ। ਚਾਹੇ BC ਤੁਹਾਨੂੰ ਥੋੜ੍ਹਾ ਜ਼ਿਆਦਾ ਮਿਲ ਜੂਗਾ, ਪਰ ਅਗੇਨ ਉਹਦਾ ਕੰਬੀਨੇਸ਼ਨ ਨਾਲ ਉਹ ਵੀ ਦੇਖਣਾ ਕਿ ਜੇ ਬੁਲਟ ਪਿੱਛੋਂ ਹੀ ਸਲੋ ਚੱਲੀ ਹੈ ਤਾਂ ਤੁਸੀਂ ਹਾਇਰ BC ਨਾਲ ਵੀ ਉਹ ਐਡਵਾਂਟੇਜ ਨਹੀਂ ਲੈ ਸਕਦੇ। ਇਸ ਕਰਕੇ ਹਰੇਕ ਕੈਲੀਬਰ ਦਾ ਇੱਕ ਸਵੀਟ ਸਪੌਟ ਹੈ। ਇਹਦੇ ਨਾਲ ਹੀ ਹੁਣ ਅੱਗੋਂ ਆਪਾਂ ਆ ਜਾਂਦੇ ਹਾਂ, ਆਪਾਂ ਕਿਉਂਕਿ ਹੰਟਿੰਗ ਬਾਰੇ ਗੱਲ ਕਰ ਰਹੇ ਹਾਂ, ਅਤੇ ਜਿਹੜਾ ਆਪਾਂ ਤੀਜਾ ਐਸਪੈਕਟ ਸੀਗਾ ਸੈਕਸ਼ਨਲ ਡੈਂਸਿਟੀ। ਸੈਕਸ਼ਨਲ ਡੈਂਸਿਟੀ ਇੱਕ ਜੇ ਆਪਾਂ ਬੁਲਟ ਨੂੰ ਲੈ ਕੇ ਕੰਸੀਡਰ ਕੀਤੀ ਜਾਵੇ, ਉਹ ਹੈ ਡਰਾਈਵਿੰਗ ਫੋਰਸ। ਹੁਣ ਫੋਰ ਐਗਜ਼ਾਮਪਲ ਆਪਾਂ ਗੱਲ ਕਰਦੇ ਹਾਂ ਕਿ ਵੀ ਦਿਮਾਗ 'ਚ ਹੁੰਦਾ ਕਿ ਮੇਰੇ ਲੋਕਾਂ ਦੇ ਦਿਮਾਗ 'ਚ ਹੁੰਦਾ ਮੇਰੇ ਆਹ ਵਾਲੇ ਕੈਲੀਬਰ ਦੀ ਤਾਂ ਇੰਨੀ ਫੁੱਟ ਪਾਊਂਡ ਐਨਰਜੀ ਆ, 308 ਦੀ ਇੰਨੀ ਹੈ ਅਤੇ ਮੇਰੀ ਇੰਨੀ ਹੈ, 300 ਵਿਨ ਮੈਗ ਦੀ ਮਚ ਪਾਵਰਫੁਲ ਕੈਲੀਬਰ ਹੈ। ਇਹ ਪੂਰੀ ਤਰ੍ਹਾਂ ਸਹੀ ਨਹੀਂ ਹੈ, ਪੂਰੀ ਤਰ੍ਹਾਂ ਟਰੂ ਨਹੀਂ ਹੈ। ਇਹ ਜਿਹੜਾ ਮਿਥ ਹੈ ਪ੍ਰੋਪਰਲੀ ਐਕੂਰੇਟਲੀ ਨਹੀਂ, ਮਤਲਬ ਲੋਕ ਇਹਨੂੰ ਸਮਝਦੇ। ਉਹ ਉਦੋਂ ਤੱਕ ਨਹੀਂ ਇਹ ਕੰਮ ਕਰੂਗਾ ਕਿ ਜੇ ਤੁਹਾਡੀ ਬੁਲਟ ਦੀ ਸੈਕਸ਼ਨਲ ਡੈਂਸਿਟੀ ਉਨੀ ਨਹੀਂ ਹੈਗੀ। ਸੈਕਸ਼ਨਲ ਡੈਂਸਿਟੀ ਨੂੰ ਜੇ ਮੈਂ ਬ੍ਰੇਕ ਡਾਊਨ ਕਰਾਂ, ਲੈਟ ਮੀ ਗਿਵ ਯੂ ਮਤਲਬ ਡਿਫਰੈਂਟ ਐਗਜ਼ਾਮਪਲ। ਹੁਣ ਐਰੋ ਜਿਹੜੇ ਆਰਚਰੀ ਨਾਲ ਹੰਟ ਕਰਦੇ ਆ, ਐਰੋ ਸ਼ੂਟ ਕਰਦੇ ਆ ਰਫਲੀ 330 320 ਫੀਟ ਪਰ ਸੈਕਿੰਡ 'ਤੇ, ਪਰ ਜਦ ਕਿ ਉਹ ਐਰੋ ਹੁੰਦਾ 400 ਗ੍ਰੇਨ ਦਾ, ਠੀਕ ਹੈ ਜੀ। ਆਹ ਬੁਲਟ ਹੁੰਦੀ 175 ਗ੍ਰੇਨ ਦੀ ਜਾਂ 140 ਗ੍ਰੇਨ ਦਾ ਫਰਕ ਹੈ। ਪਰ ਐਰੋ ਦੀ ਸੈਕਸ਼ਨ ਚਾਹੇ ਉਹ ਇੰਨੀ ਸਲੋ ਵੀ ਟਰੈਵਲ ਕਰ ਰਿਹਾ ਹੁੰਦਾ, ਜਦ ਤੱਕ ਉਹਨੇ 30 ਯਾਰਡ ਤੱਕ ਹਿੱਟ ਕਰਨਾ, ਉਹਦੀ ਸਪੀਡ 225-30 ਤੱਕ ਰਹਿ ਜਾਂਦੀ ਹੈ ਫੀਟ ਪਰ ਸੈਕਿੰਡ ਦੀ, ਪਰ ਉਹ ਸਿੱਧਾ ਪਾਸ ਥਰੂ ਹੋ ਜਾਂਦਾ। ਅਗੇਨ ਜਿਵੇਂ ਮੈਂ ਦੱਸਿਆ, ਗੇਮ ਇਜ਼ ਨਾਟ ਕਿਲਡ ਬਾਏ ਫੁੱਟ ਪਾਊਂਡ ਐਨਰਜੀ ਓਨਲੀ, ਗੇਮ ਇਜ਼ ਕਿਲਡ ਬਾਏ ਟਿਸ਼ੂ ਡਿਸਟਰਕਸ਼ਨ। ਉਹ ਐਰੋ 200-250 ਫੀਟ ਪਰ ਸੈਕਿੰਡ ਦੀ ਸਪੀਡ 'ਤੇ ਵੀ ਟਰੈਵਲ ਕਰਦਾ ਹੋਇਆ ਉਹ ਐਨੀਮਲ ਦੇ ਵਿੱਚੋਂ ਪਾਸ ਥਰੂ ਹੋ ਗਏ, ਉਹਦੇ ਲੰਗਸ ਨੂੰ, ਉਹਦੇ ਹਾਰਟ ਨੂੰ ਪੰਕਚਰ ਕਰਕੇ ਪੂਰਾ ਪਾਸ ਥਰੂ ਹੋ ਗਏ, ਉਹਦੇ ਟਿਸ਼ੂਜ਼ ਨੂੰ ਡਿਸਟਰੋਏ ਕਰਕੇ ਐਨੀਮਲ ਨੂੰ ਆਰਾਮ ਨਾਲ, ਮਤਲਬ ਵਿਦਿਨ 20-30 ਸੈਕਿੰਡਸ ਉਹਨੂੰ ਐਕਸਪਾਇਰ ਹੋਣ 'ਚ ਮਤਲਬ ਆਰਾਮ ਨਾਲ ਕਾਮਯਾਬ ਹੁੰਦਾ। ਜਿੱਥੇ ਕਿ ਬੁਲਟ ਆ, ਉਹਨੂੰ ਕਾਫੀ ਹਾਈ ਸਪੀਡ 'ਤੇ ਆਪਣੀ ਮੇਨਟੇਨ ਕਰਨੀ ਪੈਂਦੀ ਹੈ ਉਹ ਪਾਸ ਥਰੂ ਮੋਸ਼ਨ। ਉਹ ਵੀ ਫਿਰ ਸੈਕਸ਼ਨ ਡੈਂਸਿਟੀ, ਤਾਂ ਮੈਂ ਕਹਿਣਾ ਐਰੋ ਦੀ ਐਗਜ਼ਾਮਪਲ ਦਿੱਤੀ ਕਿ ਐਰੋ ਦੀ ਜਿਹੜੀ ਲੈਂਥ ਹੈ ਉਹ ਉਹਦੀ ਡਰਾਈਵਿੰਗ ਫੋਰਸ ਹੈ, ਉਹ ਉਹਦੀ ਸੈਕਸ਼ਨਲ ਡੈਂਸਿਟੀ ਹੈ। ਜਿੱਥੇ ਕਿ ਬੁਲਟ ਹੈ, ਬੁਲਟ ਦੀ ਸੈਕਸ਼ਨਲ ਡੈਂਸਿਟੀ ਅਗੇਨ ਕੈਲੀਬਰ ਦੇ ਹਿਸਾਬ ਨਾਲ ਵੇਟ ਕਿੰਨਾ ਆ, ਉੱਥੋਂ ਉਹਦੀ ਤੈਅ ਹੋਊਗੀ ਕਿ ਸੈਕਸ਼ਨਲ ਡੈਂਸਿਟੀ ਕਿੰਨੀ ਹੈਵੀ ਹੈ। ਅਗੇਨ ਮੈਂ ਜੇ ਨੰਬਰਸ ਚੈੱਕ ਕਰਾਂ, ਸੈਕਸ਼ਨਲ ਡੈਂਸਿਟੀ 175 ਗ੍ਰੇਨ ਦੀ ਜੇ 7 ਮਿਲੀਮੀਟਰ ਦੇ ਵਿੱਚ ਹੈਗੀ ਆ, ਦੈਟ ਇਜ਼ 310, ਦੈਟ ਇਜ਼ ਰੀਲੀ ਹਾਈ। ਉਹਦੀ ਪੈਨੀਟ੍ਰੇਸ਼ਨ ਪਾਵਰ ਜਿਹੜੀ ਹੈ ਉਹ ਬਹੁਤ ਮਤਲਬ ਹਾਈ ਹੈ। 139 ਗ੍ਰੇਨ ਦੀ ਜੇ ਮੈਂ ਦੇਖਾਂ ਤਾਂ ਸੈਕਸ਼ਨਲ ਡੈਂਸਿਟੀ ਇੱਥੇ ਦਿੱਤੀ ਹੋਈ ਆ, ਲੈਟ ਮੀ ਸੀ 246। ਡੀਅਰ ਸਾਈਜ਼ ਗੇਮ ਤੋਂ ਲੈ ਕੇ ਚੱਲੀਏ ਕਿ ਮਿਡ ਸਾਈਜ਼ ਡੀਅਰ ਹੈ ਜਿਹੜਾ, ਫੈਲੋ ਹੋ ਗਿਆ, ਅਮਰੀਕਨ ਵਾਈਟ ਟੇਲ ਹੋ ਗਿਆ, ਆਪਣੇ ਇੰਡੀਆ ਦਾ ਚੀਤਲ ਹੋ ਗਿਆ, ਜਾਂ
ਆਪਣੇ ਈਵਨ ਰੈੱਡ ਡੀਅਰ ਵੀ ਹੋ ਗਿਆ, ਬੜਾ ਵੱਡਾ ਡੀਅਰ ਨਹੀਂ ਹੈ ਉਹ, ਤੇ ਹਾਲਾਂਕਿ ਠੀਕ ਹੈ, ਡੀਸੈਂਟ ਸਾਈਜ਼ ਹੈ। ਜਾਂ ਮਿਊਲ ਡੀਅਰ ਹੋ ਗਿਆ, ਜਿਹੜੇ ਆਹ ਸਾਈਜ਼ ਦੇ ਡੀਅਰ ਨੇ ਨਾ, ਮੀਡੀਅਮ ਸਾਈਜ਼ ਡੀਅਰ ਜਿਹੜੇ, ਉਹਨਾਂ ਲਈ ਰਿਕਮੈਂਡਡ ਨੰਬਰ ਜਿਹੜਾ ਸੈਕਸ਼ੂਅਲ ਇੰਟੈਂਸਿਟੀ ਦਾ ਜਿਹੜਾ ਮਤਲਬ ਜਿਹੜਾ ਕੰਸੀਡਰ ਕੀਤਾ ਜਾਂਦਾ 0.246 ਹੈ। ਜਿਹੜੀ ਵੀ ਤੁਹਾਡੀ ਬੁਲਟ ਆ, ਚਾਹੇ 30 ਕੈਲੀਬਰ ਦੀ ਆ ਜਾਂ ਉਸ ਤੋਂ ਥੱਲੇ ਵਾਲੇ 270 ਕੈਲੀਬਰ ਦੀ ਆ ਜਾਂ ਈਵਨ 260 ਕੈਲੀਬਰ ਦੀ ਵੀ ਹੈ, ਜਦੋਂ ਤੱਕ ਉਹ ਬੁਲਟ ਦੀ ਸੈਕਸ਼ਨਲ ਇੰਟੈਂਸਿਟੀ 0.246 ਤੋਂ ਉੱਪਰ ਹੈ, ਤੁਹਾਡੀ ਬੁਲਟ ਕਾਮਯਾਬ ਹੈ ਉਹਨੂੰ ਪੈਨੀਟ੍ਰੇਟ ਕਰਨ ਦੇ ਵਿੱਚੋਂ, ਪਾਰ ਕਰਨ ਦੇ ਵਿੱਚੋਂ। ਪਰ ਉਹ ਬੁਲਟ ਦੀ ਕੰਸਟਰਕਸ਼ਨ ਹੰਟਿੰਗ ਬੁਲਟ ਹੋਣੀ ਚਾਹੀਦੀ ਹੈ। ਮੈਚ ਬੁਲਟਸ ਜਿਹੜੀਆਂ ਹੁੰਦੀਆਂ ਉਹਦੀ ਜਿਹੜੀ ਜੈਕਟ ਆ ਉਹ ਇੰਨੀ ਮਤਲਬ ਫਰੈਜਾਈਲ ਹੁੰਦੀ ਹੈ ਕਿ ਬੁਲਟ ਖਿੱਲਰ ਜਾਂਦੀ ਹੈ, ਬੁਲਟ ਦੇ ਟੋਟੇ ਜ਼ਿਆਦਾ ਹੁੰਦੇ, ਆਪਣੀ ਪੂਰੀ ਐਨਰਜੀ ਡੰਪ ਨਹੀਂ ਕਰ ਪਾਉਂਦੀ, ਪੂਰੀ ਐਨਰਜੀ ਆਪਣੀ ਅੱਗੇ ਤੱਕ ਲੈ ਕੇ ਨਹੀਂ ਜਾ ਪਾਉਂਦੀ। ਇਸ ਕਰਕੇ ਸੈਕਸ਼ਨਲ ਡੈਂਸਿਟੀ ਵੀ ਕੰਸੀਡਰ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ। ਸੋ ਨੰਬਰ ਤੁਸੀਂ ਯਾਦ ਰੱਖ ਸਕਦੇ ਹੋ, 0.246 ਜਿਹੜਾ ਮੀਡੀਅਮ ਡੀਅਰ ਹੈ ਉਹਦੇ ਵਾਸਤੇ। ਉਸ ਤੋਂ ਉੱਪਰ ਜੇ ਆਪਾਂ 162 ਗ੍ਰੇਨ ਦੀ ਗੱਲ ਕਰੀਏ ਤਾਂ 162 ਦੀ ਗ੍ਰੇਨ ਦੀ ਹੈਗੀ ਹੈ 287। ਸੋ ਜੇ ਵੱਡਾ ਡੀਅਰ ਹੈ, ਫੋਰ ਐਗਜ਼ਾਮਪਲ ਐਲਕ ਹੋ ਗਿਆ ਜਾਂ ਫੁੱਲ ਸਾਈਜ਼ ਸਾਂਬਰ ਹੋ ਗਿਆ, ਮੂਜ਼ ਹੋ ਗਿਆ, ਜਾਂ ਹੋਰ ਆਪਾਂ ਬਫਲੋ ਦੀ ਗੱਲ ਕਰੀਏ, ਬਿਗਰ ਐਨੀਮਲ, ਤਾਂ ਜਿੰਨਾ ਸੈਕਸ਼ਨਲ ਡੈਂਸਿਟੀ ਹਾਈ ਹੋਊਗੀ ਤਾਂ ਉਹਦੀ ਪੈਨੀਟ੍ਰੇਸ਼ਨ ਪਾਵਰ, ਉਨੀ ਪੈਨੀਟ੍ਰੇਸ਼ਨ ਕੈਪੇਬਿਲਿਟੀ ਉਹਦੀ ਆਪਣੇ ਵੇਟ ਨੂੰ ਕੈਰੀ ਕਰਕੇ। ਅਗੇਨ ਤੁਸੀਂ ਦੇਖ ਸਕਦੇ ਹੋ ਕਿ ਬੁਲਟ ਸਾਹਮਣੇ ਪਈਆਂ ਨੇ 7 ਮਿਲੀਮੀਟਰ ਨੇ ਸਾਰੇ। ਅਗੇਨ ਕਿਉਂਕਿ ਲੰਬੀ ਹੋ ਜਾਂਦੀ ਬੁਲਟ, BC ਤਾਂ ਹਾਈ ਹੋ ਗਿਆ, ਉਹਦੇ ਪਿੱਛੇ ਫਿਰ ਵੇਟ ਜਿਹੜਾ ਉਹਨੂੰ ਪੁਸ਼ ਥਰੂ ਕਰ ਰਿਹਾ ਮੀਟ ਟਿਸ਼ੂ ਦੇ ਵਿੱਚ, ਉਹ ਹਾਈ ਹੋ ਜਾਂਦਾ, ਜਿਹਨੂੰ ਕਿ ਆਪਾਂ ਸੈਕਸ਼ਨਲ ਡੈਂਸਿਟੀ ਦੇ ਵਿੱਚ ਮੇਜਰ ਕਰਦੇ ਹਾਂ। ਸੋ ਆਹ ਦੋ ਚੀਜ਼ਾਂ ਆਪਾਂ ਨੂੰ ਦੇਖਣੀਆਂ ਪੈਂਦੀਆਂ, ਦੋਨਾਂ ਦਾ ਬੈਲੈਂਸ, ਕਿ ਗ੍ਰੇਨ ਕਿੰਨਾ ਆ, ਸੈਕਸ਼ਨਲ ਡੈਂਸਿਟੀ, ਐਂਡ ਤੀਜੀ ਚੀਜ਼ ਕਿ BC। ਫੋਰ ਐਗਜ਼ਾਮਪਲ ਅਗੇਨ ਜਿਵੇਂ ਆ BC ਦੀ ਵੀ ਤਿੰਨਾਂ ਦਾ ਕੰਬੀਨੇਸ਼ਨ ਜਿਹੜਾ ਬਣਾ ਕੇ ਤੁਸੀਂ ਬੁਲਟ ਦੀ ਸਿਲੈਕਸ਼ਨ ਦੇ ਵਿੱਚ ਤੁਹਾਨੂੰ ਕੰਸੀਡਰ ਕਰਨਾ ਚਾਹੀਦਾ। ਹੁਣ ਆਪਾਂ ਆਉਂਦੇ ਹਾਂ ਕਿ ਵੀ ਪਾਊਡਰ ਚਾਰਜ ਦੇ ਵਿੱਚ ਰਿਕਮੈਂਡਡ ਜਿਹੜੇ ਬੁਲਟ ਗ੍ਰੇਨਸ, ਜੇ ਆਪਾਂ 308 ਦੀ ਗੱਲ ਕਰੀਏ, ਜੇ ਵੱਡੇ ਡੀਅਰ ਦੇ ਉੱਤੇ ਯੂਜ਼ ਕਰਨਾ, ਫੋਰ ਐਗਜ਼ਾਮਪਲ ਫੁੱਲ ਸਾਈਜ਼ ਸਾਂਬਰ ਹੋ ਗਿਆ ਜਾਂ ਐਲਕ ਹੋ ਗਿਆ ਜਾਂ ਮੂਜ਼ ਹੋ ਗਿਆ, ਹਾਲਾਂਕਿ ਮੂਜ਼ ਇਜ਼ ਲਿਟਲ ਬਿਟ ਬਿਗਰ, ਅਤੇ ਜੇ ਤੁਹਾਡੇ ਕੋਲ ਕੈਲੀਬਰ ਸਿਰਫ 308 ਹੀ ਹੈ ਤਾਂ ਆਈ ਵੁੱਡ ਸੇ ਐਟਲੀਸਟ ਆਪਣਾ ਗ੍ਰੇਨ ਜਿਹੜਾ ਰੱਖੋ 165 ਗ੍ਰੇਨ ਰੱਖੋ, ਤਾਂ ਕਿ ਬੁਲਟ ਦੇ ਵਿੱਚ ਇੰਨੀ ਸੈਕਸ਼ਨਲ ਡੈਂਸਿਟੀ ਹੋਵੇ ਕਿ ਉਹ ਡੀਪ ਤੱਕ ਪੈਨੀਟ੍ਰੇਟ ਕਰਕੇ ਉਹ ਟਿਸ਼ੂ ਡੈਮੇਜ ਕਰ ਸਕੇ। 155 ਗ੍ਰੇਨ 'ਚ ਤੁਹਾਨੂੰ ਵੈਲੋਸਿਟੀ ਜ਼ਰੂਰ ਜ਼ਿਆਦਾ ਮਿਲੂਗੀ, ਪਰ ਉਹਦੇ 'ਚ ਇੱਕ ਥੋੜ੍ਹਾ ਜਿਹਾ ਡਰੋਬੈਕ ਇਹ ਹੈ ਕਿ ਜੇ ਤੁਸੀਂ ਥੋੜ੍ਹਾ ਜਿਹਾ ਦੂਰ ਸ਼ੂਟ ਕਰਨਾ ਪੈ ਗਿਆ, ਫਲੈਟ ਜ਼ਰੂਰ ਸ਼ੂਟ ਕਰੇਗਾ, ਪਰ ਉਹਦੀ ਜਿਹੜੀ ਮਤਲਬ ਪੈਨੀਟ੍ਰੇਸ਼ਨ ਹੈ ਨਾ, ਸੈਕਸ਼ਨਲ ਡੈਂਸਿਟੀ ਜਿਹੜੀ ਉਹਨੂੰ ਲੈ ਕੇ, ਉਹਦਾ ਫਿਰ ਨੈਗੇਟਿਵ ਉਹਦਾ ਐਕਸਪੈਕਟ ਬਣ ਜੂਗੀ। ਇਸ ਕਰਕੇ ਅਗੇਨ ਜੇ ਆਪਾਂ ਉਸ ਤੋਂ ਵੱਡੇ ਕੈਲੀਬਰ 'ਤੇ ਆ ਜਾਈਏ 30/6 'ਤੇ, ਅਗੇਨ ਮਸਾਲਾ ਜ਼ਿਆਦਾ, ਕੇਸ ਵੱਡਾ ਹੁੰਦਾ ਕੰਪੇਅਰ ਟੂ 308 ਨਾਲੋਂ ਮਸਾਲਾ ਜ਼ਿਆਦਾ, ਤੁਸੀਂ 125 ਤੋਂ 150 ਗ੍ਰੇਨ ਐਕਸਟਰਾ ਤੁਹਾਨੂੰ ਵੈਲੋਸਿਟੀ ਮਿਲਦੀ ਹੈ, ਅਤੇ ਉਹਦੇ ਵਿੱਚ 165 ਤੋਂ 180 ਗ੍ਰੇਨ ਰਿਕਮੈਂਡਡ ਹੈ। ਸਵੀਟ ਸਪੌਟ ਜਿਹੜਾ ਉਹਦਾ 165 ਤੋਂ ਲੈ ਕੇ 180 ਗ੍ਰੇਨ ਦੇ ਵਿੱਚ ਕੋਈ ਵੀ ਬੁਲਟ ਜਿਹੜੀ ਹੰਟਿੰਗ ਬੁਲਟ ਆ, ਉਹਨਾਂ ਵੇਟ ਗ੍ਰੇਨ ਤੁਸੀਂ ਈਜ਼ੀਲੀ ਯੂਜ਼ ਕਰ ਸਕਦੇ ਹੋ। ਹੁਣ ਜੇ 270 ਦੀ ਗੱਲ ਕਰ ਲਈਏ ਤਾਂ 130 ਗ੍ਰੇਨ ਤੋਂ ਲੈ ਕੇ 150 ਗ੍ਰੇਨ। ਹਾਲਾਂਕਿ 270 ਦਾ ਜਿਹੜਾ ਕੇਸ ਆ ਉਹ ਪੇਰੈਂਟ ਕੇਸ ਉਹਦਾ 30/6 ਆ, ਜਿਹੜਾ ਕਿ 30/6 ਦਾ ਪੇਰੈਂਟ ਕੇਸ ਸੀਗਾ 7/57 ਮਾਊਜ਼ਰ ਸੀਗਾ। ਉੱਥੋਂ ਹੀ ਉਹਨਾਂ ਨੇ ਕਾਪੀ ਅਮਰੀਕਨਸ ਨੇ ਕਰਕੇ 30/6 ਬਣਾਇਆ, ਕਿ ਜਿਹੜਾ 30/6 ਕੇਸ ਬਣਿਆ ਸੀ ਉਹ 7 ਮਿਲੀਮੀਟਰ 7/57 ਮਾਊਜ਼ਰ ਦੀ ਕਾਪੀ ਕਰਕੇ ਬਣਿਆ ਸੀ। ਉਹਦੀ ਉਹ ਕਾਪੀ ਦਾ ਉਹਨਾਂ ਨੇ ਕੇਸ ਵੀ ਕੀਤਾ ਸੀ ਇਹਨਾਂ ਦੇ ਅਮਰੀਕਨਸ ਦੇ। ਜਬ ਅਗੇਨ ਹੁਣ ਚਲੋ ਥੋੜ੍ਹਾ ਆਫ ਟੋਪਿਕ ਹੋ ਗਏ ਆ ਗਿਆ 300 ਵਿਨ ਮੈਗ। 300 ਵਿਨ ਮੈਗ 'ਚ ਅਗੇਨ 80-82 ਗ੍ਰੇਨ ਮਸਾਲਾ ਹੁੰਦਾ, ਪਾਊਡਰ ਹੁੰਦਾ, ਪਾਊਡਰ ਚਾਰਜ ਜ਼ਿਆਦਾ ਆ, ਉਹ ਫਿਰ ਹੈਵੀ ਬੁਲਟ ਨੂੰ ਪੁਸ਼ ਕਰ ਸਕਦਾ। ਅਤੇ ਉਹਦੇ 'ਚ ਜੇ ਤੁਸੀਂ ਕਹੋ ਕਿ 155 ਜਾਂ 160 ਗ੍ਰੇਨ ਦੀ ਬੁਲਟ ਯੂਜ਼ ਕਰ ਰਹੇ, ਦੈਨ ਯੂ ਆਰ ਵੇਸਟਿੰਗ ਦੈਟ ਪਾਊਡਰ ਕੈਪੈਸਿਟੀ, ਜਿਹੜੀ ਉਹਦੀ ਪੰਚਿੰਗ ਪਾਵਰ ਹੈ ਪਾਊਡਰ ਦੀ ਹੈਵੀ ਬੁਲਟ ਨੂੰ ਪੁਸ਼ ਕਰਨ ਦੀ। ਤੁਹਾਨੂੰ ਸਪੀਡ ਜ਼ਰੂਰ ਜ਼ਿਆਦਾ ਮਿਲੂਗੀ, ਪਰ ਅਗੇਨ ਉਹਦੇ ਨਾਲ ਤੁਸੀਂ ਬੈਰਲ ਦੀ ਵੇਅਰ ਵੀ ਜਲਦੀ ਹੋਊਗੀ, ਬੈਰਲ ਤੁਹਾਡੀ ਜਲਦੀ ਘਸੂਗੀ, ਬਰਨ ਜਲਦੀ ਹੋਊਗੀ। ਇਸ ਕਰਕੇ ਉਹ ਰਿਕਮੈਂਡਡ ਉਹਦੇ 'ਤੇ ਜਿਹੜਾ ਬੁਲਟ ਗ੍ਰੇਨ ਰਿਕਮੈਂਡਡ ਆ 180 ਗ੍ਰੇਨ ਤੋਂ ਉੱਪਰ 220 ਗ੍ਰੇਨ ਤੱਕ। ਤੁਸੀਂ 240 ਗ੍ਰੇਨ ਵੀ ਲੈ ਸਕਦੇ ਹੋ, ਪਰ ਉਹ ਫਿਰ ਥੋੜ੍ਹੀ ਵੈਲੋਸਿਟੀ ਤੁਹਾਨੂੰ ਘੱਟ ਮਿਲੂਗੀ ਅਤੇ ਲੂਪੀ ਟ੍ਰੈਜੈਕਟਰੀ ਮਿਲੂਗਾ। ਸੋ ਅਗੇਨ ਹਰੇਕ ਕੈਲੀਬਰ ਦਾ ਇੱਕ ਸਵੀਟ ਸਪੌਟ ਹੈ, ਉਹ ਤਾਂ ਰਿਕਮੈਂਡਡ ਹੁੰਦਾ ਕਿ ਤੁਹਾਨੂੰ ਉਨੀ ਮਸਾਲੇ ਦੇ ਪਿੱਛੇ ਜਿਹੜਾ ਉਹਦਾ ਪੰਚ ਆ
ਉਹਦੀ ਬੁਲਟ ਨੂੰ ਪੁਸ਼ਿੰਗ ਪਾਵਰ ਹੈ, ਉਹਦੇ ਵਿੱਚ ਤੁਹਾਨੂੰ ਫਲੈਟੈਸਟ ਟਰਜੈਕਟਰੀ ਅਤੇ ਆਪਟੀਮਮ ਪਰਫੋਰਮੈਂਸ ਅਤੇ ਰੀਕੋਇਲ ਦਾ ਜਿਹੜਾ ਬੈਲੈਂਸ ਆ ਉਹ ਬਰਾਬਰ ਜਿਹਾ ਮਿਲੇ। ਸੋ ਇਹ 4 ਚੀਜ਼ਾਂ ਨੇ ਜਿਹੜੀਆਂ ਕਿ ਤੁਹਾਨੂੰ ਕੰਸੀਡਰ ਕਰਨੀਆਂ ਚਾਹੀਦੀਆਂ। ਅਤੇ ਕੋਈ ਵੀ ਮਤਲਬ ਜਿਹੜਾ ਕੈਲੀਬਰ ਆ ਇਹ ਫੋਰ ਐਗਜ਼ਾਮਪਲ 260 ਤੋਂ ਲੈ ਕੇ 260 ਕੈਲੀਬਰ ਤੋਂ ਲੈ ਕੇ, ਹਾਲਾਂਕਿ ਸਾਡੇ ਸਟੇਟ ਦੇ ਵਿੱਚ 270 ਮਿਨੀਮਮ ਰਿਕਮੈਂਡਡ ਹੈ ਸਾਂਭਰ ਵਾਸਤੇ, ਪਰ ਕੋਈ ਵੀ ਕੈਲੀਬਰ ਜਿਹੜਾ 260 ਐਂਡ ਅਬਵ ਆਰਾਮ ਨਾਲ ਕੇਪੇਬਲ ਆ ਵੱਡੇ ਡੀਅਰ ਨੂੰ ਸਿੱਟਣ ਵਾਸਤੇ, ਬਸ਼ਰਤੇ ਕਿ ਤੁਸੀਂ ਬੁਲਟ ਦਾ ਗ੍ਰੇਨ, ਬੁਲਟ ਦਾ ਆਪਣੇ ਸੈਕਸ਼ਨ ਡੈਂਸਿਟੀ ਕੰਸੀਡਰ ਕਰਕੇ ਅਤੇ ਕਿੰਨੇ ਡਿਸਟੈਂਸ ਤੱਕ ਸ਼ੂਟ ਕਰ ਰਹੇ ਹੋ ਉਹ ਚੀਜ਼ ਦਾ ਕੰਸੀਡਰ ਕਰਕੇ। ਮੈਗਨਮ ਕੈਲੀਬਰਸ ਨਾਲ ਤੁਹਾਨੂੰ એનર્ਜੀ ਜ਼ਰੂਰ ਜ਼ਿਆਦਾ ਮਿਲਦੀ ਹੈ, ਪਰ ਉਹ એનર્ਜੀ ਦਾ ਬੈਨੀਫਿਟ ਸਿਰਫ ਅਤੇ ਸਿਰਫ ਮੈਂ ਸਮਝਦਾ ਲੌਂਗ ਰੇਂਜ 'ਤੇ ਜਦੋਂ ਤੁਸੀਂ ਸ਼ੂਟ ਕਰਨਾ ਨਾ, ਕਿਉਂਕਿ ਉਹ એનર્ਜੀ ਆਪਣੀ ਲੌਂਗ ਰੇਂਜ ਤੱਕ ਜ਼ਿਆਦਾ ਕੈਰੀ ਕਰਦੀ, ਕਿਉਂਕਿ ਪਿੱਛੋਂ ਹੈਵੀ ਬੁਲਟ ਸਪੀਡ 'ਤੇ ਨਿਕਲਣੀ ਹੈ ਅਤੇ ਉਹਨੇ 200, 250, 300 ਯਾਰਡ ਤੱਕ 308 'ਚ ਜਾਂ 300 ਵਿਨ ਮੈਗ 'ਚ ਡੀਅਰ ਨੂੰ ਮਹਿਸੂਸ ਮਤਲਬ ਇਹ ਆ ਕਿ ਵੀ ਦੋਨੇ ਆਰਾਮ ਨਾਲ ਦੇ ਵਿਲ ਕਿਲ ਦਾ ਡੀਅਰ। ਪਰ ਜੇ ਆਪਾਂ ਗੱਲ ਕਰੀਏ ਡਾਊਨ ਦਾ 600 ਯਾਰਡ 700 ਯਾਰਡ 'ਤੇ ਓਬਵੀਅਸਲੀ 300 ਵਿਨ ਮੈਗ ਹੈਜ਼ ਗੋਟ ਮੋਰ ਪਾਵਰ, ਜਿਹੜੀ ਕਿ ਉਹ ਬੁਲਟ ਨੂੰ ਕੈਰੀ ਕਰਦੀ ਰਹੂਗੀ ਦੂਰ ਤੱਕ, ਅਤੇ ਪੰਚਿੰਗ ਪਾਵਰ ਉਹਨੂੰ ਮਤਲਬ ਉਹਦੀ ਜਿਹੜੀ એનર્ਜੀ ਵੀ ਮੇਨਟੇਨ ਰੱਖਦੀ ਹੈ। ਸੋ ਇਹ 3-4 ਚੀਜ਼ਾਂ ਦਾ ਜਿਹੜਾ ਕੰਬੀਨੇਸ਼ਨ ਮੈਂ ਉਮੀਦ ਕਰਦਾ ਕਿ ਤੁਹਾਨੂੰ ਸ਼ਾਇਦ ਸਮਝ ਆ ਗਿਆ ਹੋਊਗਾ ਕਿ ਜੇ ਤੁਸੀਂ ਕੈਲੀਬਰ ਰੱਖਦੇ ਹੋ ਕਿ ਉਹਦਾ ਸਵੀਟ ਸਪੌਟ ਕਿਹੜਾ, ਕਿ ਤੁਹਾਨੂੰ ਕਿੰਨੇ ਗ੍ਰੇਨ ਦੀ ਬੁਲਟ ਮਤਲਬ ਬਿਗ ਗੇਮ ਹੰਟਿੰਗ ਵਾਸਤੇ ਯੂਜ਼ ਕਰਨੀ ਚਾਹੀਦੀ ਹੈ। ਸੋ ਆਈ ਥਿੰਕ ਅੱਜ ਲਈ ਮੈਂ ਸਮਝਦਾ ਕਿ ਵੀ ਇਨਫ ਆ ਤੁਹਾਡੇ ਲਈ। ਅਤੇ ਬੁਲਟ ਦੀ ਕੰਸਟਰਕਸ਼ਨ ਜ਼ਰੂਰ ਤੁਸੀਂ ਧਿਆਨ ਰੱਖਿਓ ਜਦੋਂ ਵੀ ਤੁਸੀਂ ਸਿਲੈਕਟ ਕਰਨੀ ਹੈ। ਮੈਚ ਬੁਲਟਸ ਨਾ ਯੂਜ਼ ਕਰਿਓ, ਮੈਚ ਬੁਲਟਸ ਕਿਉਂਕਿ ਉਹ ਉਨੀ ਸੋਲਿਡ ਕੰਸਟਰਕਸ਼ਨ ਨਹੀਂ ਹੁੰਦੀ, ਉਹ ਬਾਕੀ ਨੰਬਰਸ ਦੇ ਵਿੱਚ ਜ਼ਰੂਰ ਉਹ ਸੇਮ ਹੋਊਗੀ। ਜੇ ਆਪਾਂ ਗੱਲ ਕਰੀਏ BC ਵਿੱਚ ਥੋੜ੍ਹੀ ਹਾਈ ਵੀ ਹੁੰਦੀਆਂ ਨੇ, ਸੈਕਸ਼ਨ ਡੈਂਸਿਟੀ ਅਗੇਨ ਵੇਟ 'ਤੇ ਅਤੇ ਉਹਦੇ ਬੁਲਟ ਦੀ ਲੈਂਥ ਦੇ ਹਿਸਾਬ ਨਾਲ ਡਿਸਾਈਡ ਹੁੰਦੀ ਹੈ। ਪਰ ਜੇ ਬੁਲਟ ਇੰਨੀ ਸਟਰੋਂਗਲੀ ਬਿਲਟ ਨਹੀਂ ਹੈਗੀ ਅਤੇ ਉਹ ਹੰਟਿੰਗ ਵਾਸਤੇ ਰਿਕਮੈਂਡਡ ਤਾਂ ਹੀ ਨਹੀਂ ਹੁੰਦੀ, ਕਿਉਂਕਿ ਉਹਨੇ ਜਦੋਂ ਮੀਟ 'ਤੇ ਜਾਂ ਬੋਨ 'ਤੇ ਹਿੱਟ ਕਰਨਾ ਅਤੇ ਉਹਨੇ ਖਿੱਲਰ ਜਾਣਾ ਬੁਲਟ ਨੇ। ਸੋ ਆਹ ਚੀਜ਼ਾਂ ਨੇ ਜੀ ਜਿਹੜੀਆਂ ਤੁਸੀਂ ਧਿਆਨ ਰੱਖ ਸਕਦੇ ਹੋ ਬੁਲਟ ਦੀ ਸਿਲੈਕਸ਼ਨ ਵਾਸਤੇ। ਅਤੇ ਮੈਂ ਉਮੀਦ ਕਰਦਾ ਤੁਹਾਨੂੰ ਵੀਡੀਓ ਤੋਂ ਕੁਛ ਨਾ ਕੁਛ ਜ਼ਰੂਰ ਸਿੱਖਣ ਨੂੰ ਮਿਲਿਆ ਹੋਊਗਾ। ਜਿਹੜੇ ਤੁਹਾਡੇ ਕਈ ਵਾਰ ਕੁਐਸਚਨਸ ਆਉਂਦੇ ਨੇ ਉਹਨਾਂ ਨੂੰ ਮਤਲਬ ਥੋੜ੍ਹਾ ਉਹਨਾਂ ਨੂੰ ਮੈਂ ਐਡਰੈਸ ਕੀਤਾ ਹੋਊਗਾ, ਕਰਨ ਦੀ ਕੋਸ਼ਿਸ਼ ਕੀਤੀ ਹੈ। ਅਤੇ ਜਾਂਦੇ ਜਾਂਦੇ ਮੈਂ ਤੁਹਾਨੂੰ ਇੱਕ ਗੱਲ ਹੋਰ ਕਹੂੰਗਾ ਕਿ ਆਪਣੇ ਯਾਰਾਂ ਮਿੱਤਰਾਂ ਨਾਲ ਚੈਨਲ ਜ਼ਰੂਰ ਸ਼ੇਅਰ ਕਰੋ। ਆਪਾਂ ਹਮੇਸ਼ਾ ਸੇਫਟੀ ਨੂੰ ਲੈ ਕੇ ਅਤੇ ਸੇਫ ਹੈਂਡਲਿੰਗ ਨੂੰ ਲੈ ਕੇ ਸਾਡੀ ਪ੍ਰਾਇਓਰਟੀ ਰਹਿੰਦੀ ਹੈ, ਨਾਲ ਐਜੂਕੇਸ਼ਨ ਜ਼ਰੂਰ ਦਿੰਦੇ ਹਾਂ ਸਾਰੀ ਚੀਜ਼ਾਂ ਦੀ ਫਾਇਰ ਆਰਮਸ ਨੂੰ ਲੈ ਕੇ। ਸੋ ਜਿੰਨਾ ਹੋ ਸਕੇ ਤੁਸੀਂ ਆਪਣੇ ਯਾਰਾਂ ਦੋਸਤਾਂ ਨਾਲ ਆਪਣੇ ਸਰਕਲ 'ਚ ਚੈਨਲ ਨੂੰ ਜ਼ਰੂਰ ਸ਼ੇਅਰ ਕਰੋ। ਉਹਦੀ ਸਾਡੇ ਨਾਲੋਂ ਵੱਧ ਜਿੰਨਾ ਤੱਕ ਚੀਜ਼ ਪਹੁੰਚੇਗੀ ਉਹਨਾਂ ਨੂੰ ਵੱਧ ਲੋੜ ਆ, ਕਿਉਂਕਿ ਇਹ ਬੜੀਆਂ ਵੀਡੀਓ ਸਾਡੇ ਕੋਲ ਆਉਂਦੀਆਂ ਨੇ, ਇੰਨੇ ਲਾਪਰਵਾਹ ਤਰੀਕੇ ਨਾਲ ਫਾਇਰ ਆਰਮ ਦੀ ਹੈਂਡਲਿੰਗ ਹੁੰਦੀ ਹੈ ਅਤੇ ਕਿੰਨੇ ਐਕਸੀਡੈਂਟ ਹੋ ਚੁੱਕੇ ਨੇ ਅਤੇ ਅੱਗੇ ਵੀ ਹੁੰਦੇ ਰਹਿਣਗੇ ਜਿੱਦਾਂ ਹੈਂਡਲਿੰਗ ਲੋਕਾਂ ਦੀ ਚੱਲ ਰਹੀ ਹੈ। ਸਾਨੂੰ ਦੁੱਖ ਬਹੁਤ ਲੱਗਦਾ, ਅਫਸੋਸ ਹੁੰਦਾ, ਗੁੱਸਾ ਨਹੀਂ ਹੁਣ ਆਉਂਦਾ। ਗੁੱਸਾ ਇਸ ਕਰਕੇ ਨਹੀਂ ਆਉਂਦਾ ਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਵੀ ਇਸ ਚੀਜ਼ ਦੀ ਸਿਖਲਾਈ, ਇਸ ਚੀਜ਼ ਦੇ ਉੱਪਰ ਐਮਫੇਸਿਸ ਕਿਸੇ ਨੇ ਵੀ ਨਹੀਂ ਦਿੱਤਾ। ਫੁਕਰੇਬਾਜ਼ੀ ਗਾਣਿਆਂ ਨੇ ਮੱਤ ਮਾਰਤੀ ਆ ਇਸ ਚੀਜ਼ ਨੂੰ ਲੈ ਕੇ, ਪਰ ਐਨੀਵੇਜ਼ ਅਸੀਂ ਫਿਰ ਵੀ ਆਪਣਾ ਕੰਮ ਕਰਦੇ ਰਹਾਂਗੇ। ਅਤੇ ਜਿੰਨੇ ਵੀ ਤੁਸੀਂ ਸਾਡੇ ਨਾਲ ਜੁੜੇ ਹੋ ਐਪਰੀਸ਼ੀਏਟ ਕਰਦੇ ਹੋ, ਅਤੇ ਤੁਹਾਡੇ ਤੋਂ ਮੈਂ ਅਪੀਲ ਇਹੀ ਕਰਦਾ ਕਿ ਤੁਸੀਂ ਪਲੀਜ਼ ਅੱਗੇ ਤੋਂ ਅੱਗੇ ਲੋਕਾਂ ਤੱਕ ਚੀਜ਼ ਪਹੁੰਚਾਓ, ਤਾਂ ਕਿ ਉਹਨਾਂ ਨੂੰ ਰੀਅਲਾਈਜੇਸ਼ਨ ਆਵੇ ਕਿ ਵੀ ਵਾਟ ਦੇ ਬੀਨ ਡੂਇੰਗ ਬਿਲਕੁਲ ਗਲਤ ਹੈ, ਅਨਸੇਫ ਹੈ। ਅਤੇ ਜ਼ਰੂਰੀ ਨਹੀਂ ਹੈ ਕਿ ਹਾਂ ਵੀ ਕਾਂ ਮਾਰ ਕੇ ਟੰਗਿਆ ਜਾਵੇ ਕਿਸੇ ਦਿਨ ਤੁਹਾਡੇ ਤੋਂ, ਕਿਸੇ ਵੱਡੇ ਬੰਦੇ ਦਾ, ਕਿਸੇ ਮਿਨਿਸਟਰ ਦਾ ਮੁੰਡਾ ਮਰੇ ਅਤੇ ਤਾਂ ਹੀ ਕਿ ਕੋਈ ਉੱਥੋਂ ਦਾ ਸਿਸਟਮ ਕਾਂ ਮਾਰ ਕੇ ਟੰਗੇ ਅਤੇ ਲੋਕਾਂ ਨੂੰ ਅਕਲ ਆਵੇ। ਲੋਕਾਂ ਨੂੰ ਸਿੱਧੇ ਤਰੀਕੇ ਨਾਲ ਵੀ ਅਕਲ ਆ ਸਕਦੀ ਹੈ ਜੇ ਤੁਸੀਂ ਸ਼ੇਅਰ ਕਰੋਗੇ। ਥੈਂਕ ਯੂ ਵੈਰੀ ਮੱਚ ਅਗੇਨ ਵੀਡੀਓ ਦੇਖਣ ਲਈ, ਅਤੇ ਮੈਂ ਉਮੀਦ ਕਰਦਾ ਤੁਹਾਨੂੰ ਵੀਡੀਓ ਫਿਰ ਪਸੰਦ ਆਈ ਹੋਊਗੀ। ਥੈਂਕ ਯੂ ਜੀ।